ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਮਿਸ਼ਨ 100% ਅਭਿਆਸ ਸ਼ੀਟ 3 ਦੇ ਸਵਾਲ ਨੰਬਰ 24 ਤੋਂ 27 ਤੱਕ ਹੱਲ ਕਰਾਂਗੇ ਤੇ ਆਓ ਸ਼ੁਰੂ ਕਰੀਏ। 24 ਨੰਬਰ ਸਵਾਲ ਦਾ ਊੜਾ ਭਾਗ ਹੈ। ਹੇਠਾਂ ਦਿੱਤੇ ਸਮੇਂ ਨੂੰ AM ਅਤੇ PM ਦੀ ਵਰਤੋਂ ਕਰਕੇ ਲਿਖੋ। ਹਾਂਜੀ ਬੱਚਿਓ, ਅੱਧੀ ਰਾਤ 12 ਵਜੇ ਤੋਂ ਲੈ ਕੇ ਅਗਲੀ ਦੁਪਹਿਰ ਦੇ 12 ਵਜੇ ਤੱਕ ਦੇ ਸਮੇਂ ਨੂੰ ਦਰਸਾਉਣ ਲਈ AM ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦੁਪਹਿਰ ਦੇ 12 ਵਜੇ ਤੋਂ ਅੱਧੀ ਰਾਤ ਤੱਕ ਦੇ ਸਮੇਂ ਲਈ PM ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਬੱਚਿਓ ਦੇਖੋ, ਇਸ ਦਾ ਪਹਿਲਾ ਭਾਗ ਸਵੇਰ ਦੇ 5:20 ਵਜੇ। ਇਸ ਸਮੇਂ ਨੂੰ ਦਰਸਾਉਣ ਲਈ ਬੱਚਿਓ ਅਸੀਂ AM ਦੀ ਵਰਤੋਂ ਕਰਾਂਗੇ ਤੇ ਕਿੰਨਾ ਸਮਾਂ ਆਏਗਾ? 5:20 AM। ਦੂਸਰਾ ਭਾਗ ਹੈ ਰਾਤ ਦੇ 9:35 ਵਜੇ। ਬੱਚਿਓ, ਇਸ ਸਮੇਂ ਨੂੰ ਦਰਸਾਉਣ ਲਈ ਅਸੀਂ PM ਦੀ ਵਰਤੋਂ ਕਰਾਂਗੇ ਤੇ ਕਿੰਨਾ ਸਮਾਂ ਆਏਗਾ? 9:35 PM। ਤੀਸਰਾ ਭਾਗ ਹੈ ਸ਼ਾਮ ਦੇ 6:40 ਵਜੇ ਤੇ ਬੱਚਿਓ, ਇਹ ਵੀ ਸਮਾਂ ਦੁਪਹਿਰ ਤੋਂ ਬਾਅਦ ਦਾ ਹੈ ਤੇ ਇਸ ਲਈ ਇਸ ਨੂੰ ਅਸੀਂ 6:40 PM ਕਰਕੇ ਦਰਸਾਵਾਂਗੇ। ਅਗਲਾ ਸਵਾਲ ਹੈ, ਹੇਠਾਂ ਦਿੱਤੇ ਸਮੇਂ ਨੂੰ 24 ਘੰਟੇ ਵਾਲੀ ਸਮਾਂ ਸਾਰਣੀ ਵਿੱਚ ਤਬਦੀਲ ਕਰੋ। ਬੇਟਾ, ਜਦੋਂ ਅਸੀਂ ਸਮੇਂ ਨੂੰ 24 ਘੰਟੇ ਵਾਲੀ ਤਰਤੀਬ ਵਿੱਚ ਬਦਲਣਾ ਹੋਵੇ ਤਾਂ ਜੇਕਰ ਸਮਾਂ ਬਾਅਦ ਦੁਪਹਿਰ ਦਾ ਹੋਵੇ ਤਾਂ ਅਸੀਂ ਉਸ ਵਿੱਚ 12 ਜੋੜਨੇ ਹਨ ਤੇ ਜੇਕਰ ਸਮਾਂ ਸਵੇਰ ਦਾ ਹੋਵੇ ਤਾਂ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਲਿਖਣਾ ਹੈ। ਦੇਖੋ ਬੱਚੋ, ਇਸ ਦਾ ਇੱਕ ਭਾਗ ਸਵੇਰੇ 9:45 ਵਜੇ। ਬੇਟਾ, ਇਹ ਸਮਾਂ ਸਵੇਰ ਦਾ ਹੈ ਤੇ ਇਸ ਨੂੰ ਅਸੀਂ 9:45 ਘੰਟੇ ਲਿਖਾਂਗੇ। ਦੂਸਰਾ ਭਾਗ ਹੈ ਦੁਪਹਿਰ 3:20 ਵਜੇ ਤੇ ਬੱਚਿਓ, ਇਹ ਸਮਾਂ ਦੁਪਹਿਰ ਦਾ ਹੈ ਤੇ ਇਸ ਲਈ ਬੱਚਿਓ ਇਸ ਵਿੱਚ ਅਸੀਂ 12 ਜੋੜਾਂਗੇ। ਬੇਟਾ, 3:20 ਵਿੱਚ 12 ਜੋੜਨ ਤੇ ਕਿੰਨੇ ਹੋਏ? ਹਾਂਜੀ, 3:20 ਵਿੱਚ 12 ਜੋੜਨ ਤੇ ਸਮਾਂ ਆਇਆ 15:20 ਘੰਟੇ। 25ਵਾਂ ਸਵਾਲ ਹੈ, ਪ੍ਰਕਾਰ ਦੀ ਮਦਦ ਨਾਲ ਚੱਕਰ ਬਣਾਓ ਜਿਸ ਦਾ ਅਰਧ ਵਿਆਸ ਹੈ ਊੜਾ 3 ਸੈਂਟੀਮੀਟਰ, ਐੜਾ 2 ਸੈਂਟੀਮੀਟਰ। ਚੱਕਰ ਬਣਾਉਣ ਲਈ ਬੇਟਾ ਪਹਿਲਾਂ ਅਸੀਂ ਪੈਨਸਿਲ ਨੂੰ ਪ੍ਰਕਾਰ ਵਿੱਚ ਫਿੱਟ ਕਰਦੇ ਹਾਂ ਤੇ ਫਿਰ ਫੁੱਟੇ ਦੀ ਮਦਦ ਨਾਲ 3 ਸੈਂਟੀਮੀਟਰ ਤੱਕ ਪੈਨਸਿਲ ਨੂੰ ਖੋਲ੍ਹਦੇ ਹਾਂ ਤੇ ਦੇਖੋ ਬੇਟਾ, 3 ਸੈਂਟੀਮੀਟਰ ਤੱਕ ਪੈਨਸਿਲ ਨੂੰ ਖੋਲ੍ਹਣ ਤੋਂ ਬਾਅਦ ਅਸੀਂ ਹੁਣ ਪ੍ਰਕਾਰ ਦੀ ਤਿੱਖੀ ਨੋਕ ਨੂੰ ਕਾਗਜ਼ ਦੇ ਉੱਪਰ ਇੱਕ ਥਾਂ ਸਥਿਰ ਕਰਦੇ ਹਾਂ ਤੇ ਹੁਣ ਬੇਟਾ ਅਸੀਂ ਪੈਨਸਿਲ ਨੂੰ ਇਸ ਕੇਂਦਰ ਦੇ ਇਰਦ ਗਿਰਦ ਕਿਸੇ ਵੀ ਦਿਸ਼ਾ ਵਿੱਚ ਘੁਮਾਉਂਦੇ ਹੋਏ ਉੱਥੇ ਪਹੁੰਚ ਜਾਂਦੇ ਹਾਂ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਤੇ ਬੇਟਾ ਦੇਖੋ, ਇਹ ਚੱਕਰ ਬਣ ਗਿਆ ਹੈ ਤੇ ਜਿੱਥੇ ਪ੍ਰਕਾਰ ਦੀ ਨੋਕ ਆਈ ਸੀ ਉਹ ਹੈ ਚੱਕਰ ਦਾ ਕੇਂਦਰ। ਉੱਥੇ ਅਸੀਂ O ਲਿਖਾਂਗੇ ਤੇ ਹੁਣ ਬੇਟਾ ਚੱਕਰ ਦੇ ਕੇਂਦਰ ਤੋਂ ਅਸੀਂ ਚੱਕਰ ਦੇ ਘੇਰੇ ਤੱਕ ਇੱਕ ਰੇਖਾ ਖਿੱਚਦੇ ਹਾਂ ਤੇ ਬੇਟਾ ਇਹ ਰੇਖਾ ਚੱਕਰ ਦਾ ਅਰਧ ਵਿਆਸ ਹੈ ਤੇ ਇਸ ਉੱਪਰ ਅਸੀਂ 3 ਸੈਂਟੀਮੀਟਰ ਲਿਖਦੇ ਹਾਂ। ਹੁਣ ਬੇਟਾ ਅਸੀਂ 2 ਸੈਂਟੀਮੀਟਰ ਅਰਧ ਵਿਆਸ ਦਾ ਚੱਕਰ ਬਣਾਉਣ ਲਈ ਪੈਨਸਿਲ ਨੂੰ 2 ਸੈਂਟੀਮੀਟਰ ਤੱਕ ਖੋਲ੍ਹਦੇ ਹਾਂ ਤੇ ਦੇਖੋ ਬੇਟਾ, ਪੈਨਸਿਲ ਨੂੰ 2 ਸੈਂਟੀਮੀਟਰ ਤੱਕ ਖੋਲ੍ਹਣ ਤੋਂ ਬਾਅਦ ਅਸੀਂ ਪ੍ਰਕਾਰ ਦੀ ਤਿੱਖੀ ਨੋਕ ਨੂੰ ਇੱਕ ਥਾਂ 'ਤੇ ਸਥਿਰ ਕਰਦੇ ਹਾਂ ਤਾਂ ਉਸੇ ਤਰ੍ਹਾਂ ਹੀ ਪੈਨਸਿਲ ਨੂੰ ਕੇਂਦਰ ਦੇ ਇਰਦ ਗਿਰਦ ਘੁਮਾਉਂਦੇ ਹੋਏ ਚੱਕਰ ਨੂੰ ਪੂਰਾ ਕਰਦੇ ਹਾਂ ਤੇ ਦੇਖੋ ਬੇਟਾ, ਇਹ ਸਾਡੇ ਕੋਲ ਚੱਕਰ ਤਿਆਰ ਹੋ ਗਿਆ ਹੈ ਤੇ ਹੁਣ ਬੇਟਾ ਅਸੀਂ ਪ੍ਰਕਾਰ ਦੀ ਤਿੱਖੀ ਨੋਕ ਵਾਲੀ ਜਗ੍ਹਾ 'ਤੇ ਕੇਂਦਰ O ਲਿਖਦੇ ਹਾਂ ਤੇ ਉਸੇ ਤਰ੍ਹਾਂ ਹੀ ਬੇਟਾ ਕੇਂਦਰ ਤੋਂ ਚੱਕਰ ਦੇ ਘੇਰੇ ਤੱਕ ਇੱਕ ਰੇਖਾ ਬਣਾਉਂਦੇ ਹਾਂ ਅਤੇ ਉਸ ਉੱਪਰ 2 ਸੈਂਟੀਮੀਟਰ ਲਿਖਦੇ ਹਾਂ। ਛੱਬੀਵਾਂ ਸਵਾਲ ਹੈ, ਹਰੇਕ ਆਕ੍ਰਿਤੀ ਵਿੱਚ ਬਣੇ ਵਰਗਾਂ ਦੀ ਸੰਖਿਆ ਦੇ ਆਧਾਰ 'ਤੇ ਆਕ੍ਰਿਤੀਆਂ ਦਾ ਖੇਤਰਫਲ ਪਤਾ ਕਰੋ। ਜੇਕਰ ਵਰਗ ਦੀ ਹਰੇਕ ਭੁਜਾ 1 ਸੈਂਟੀਮੀਟਰ ਅਤੇ ਹਰੇਕ ਵਰਗ ਦਾ ਖੇਤਰਫਲ 1 ਵਰਗ ਸੈਂਟੀਮੀਟਰ ਹੋਵੇ। ਬੇਟਾ ਦੇਖੋ, ਇਹ ਸਾਰੀਆਂ ਹੀ ਆਕ੍ਰਿਤੀਆਂ ਵਰਗਾਕਾਰ ਡੱਬਿਆਂ ਨਾਲ ਬਣੀਆਂ ਹੋਈਆਂ ਹਨ
ਤੇ ਬੱਚਿਓ ਇੱਕ ਵਰਗ ਦੀ ਹਰੇਕ ਭੁਜਾ 1 ਸੈਂਟੀਮੀਟਰ ਹੈ ਅਤੇ ਹਰੇਕ ਵਰਗ ਦਾ ਖੇਤਰਫਲ 1 ਵਰਗ ਸੈਂਟੀਮੀਟਰ ਹੈ। ਤੇ ਬੇਟਾ ਇਹਨਾਂ ਆਕ੍ਰਿਤੀਆਂ ਦਾ ਖੇਤਰਫਲ ਪਤਾ ਕਰਨ ਲਈ ਅਸੀਂ ਇਹਨਾਂ ਆਕ੍ਰਿਤੀਆਂ ਵਿੱਚ ਬਣੇ ਵਰਗਾਂ ਦੀ ਗਿਣਤੀ ਕਰਦੇ ਹਾਂ। ਦੇਖੋ ਬੇਟਾ ਊੜੇ ਵਾਲੀ ਆਕ੍ਰਿਤੀ, ਇਸ ਵਿੱਚ ਵਰਗਾਂ ਦੀ ਗਿਣਤੀ ਕਿੰਨੀ ਹੈ? ਆਓ ਕਰੀਏ। 1 2 3 4 5 6 7 8 9 10 11 12 13 ਭਾਵ ਇਸ ਆਕ੍ਰਿਤੀ ਦਾ ਖੇਤਰਫਲ ਹੈ 13 ਵਰਗ ਸੈਂਟੀਮੀਟਰ। ਹੁਣ ਦੇਖੋ ਬੇਟਾ ਐੜੇ ਵਾਲੀ ਆਕ੍ਰਿਤੀ, 1 2 3 4 5 6 7 8 9 10 11 12 13 14 15 16। ਇਸ ਆਕ੍ਰਿਤੀ ਦਾ ਖੇਤਰਫਲ ਹੈ 16 ਵਰਗ ਸੈਂਟੀਮੀਟਰ। ਹੁਣ ਦੇਖੋ ਬੇਟਾ ਈੜੀ ਵਾਲੀ ਆਕ੍ਰਿਤੀ, ਈੜੀ ਵਾਲੀ ਆਕ੍ਰਿਤੀ ਵਿੱਚ ਕਿੰਨੇ ਵਰਗ ਹਨ? ਆਓ ਦੇਖੀਏ। 1 2 3 4 5। ਇਸ ਆਕ੍ਰਿਤੀ ਵਿੱਚ ਬੇਟਾ 5 ਵਰਗ ਹਨ ਤੇ ਭਾਵ 5 ਵਰਗ ਸੈਂਟੀਮੀਟਰ ਖੇਤਰਫਲ ਹੋਇਆ ਇਸ ਆਕ੍ਰਿਤੀ ਦਾ। ਹੁਣ ਦੇਖੋ ਬੇਟਾ ਸੱਸੇ ਵਾਲੀ ਆਕ੍ਰਿਤੀ, 1 2 3 4 5 6 7 8 9। ਇਸ ਵਿੱਚ 9 ਵਰਗ ਹਨ ਭਾਵ 9 ਵਰਗ ਸੈਂਟੀਮੀਟਰ ਖੇਤਰਫਲ ਹੈ ਇਸ ਆਕ੍ਰਿਤੀ ਦਾ। ਹਾਹੇ ਵਾਲੀ ਆਕ੍ਰਿਤੀ ਦੇਖੋ ਬੇਟਾ, 1 2 3 4 5 6 7 8 9 10 11 12। ਇਸ ਵਿੱਚ 12 ਵਰਗ ਹਨ ਭਾਵ ਇਸ ਆਕ੍ਰਿਤੀ ਦਾ ਖੇਤਰਫਲ ਹੈ 12 ਵਰਗ ਸੈਂਟੀਮੀਟਰ। 27 ਨੰਬਰ ਸਵਾਲ ਹੈ, ਕਿਸੇ ਦੁਕਾਨਦਾਰ ਦੁਆਰਾ ਇੱਕ ਹਫ਼ਤੇ ਦੌਰਾਨ ਵੇਚੇ ਗਏ ਪੱਖਿਆਂ ਦੀ ਗਿਣਤੀ ਨੂੰ ਸ਼ਟਗ੍ਰਾਫ ਦੁਆਰਾ ਦਰਸਾਇਆ ਗਿਆ। ਸ਼ਟਗ੍ਰਾਫ ਨੂੰ ਦੇਖੋ ਤੇ ਉੱਤਰ ਦਿਓ। ਬੇਟਾ ਦੇਖੋ ਇਸ ਸਵਾਲ ਵਿੱਚ ਸਾਨੂੰ ਇੱਕ ਸ਼ਟਗ੍ਰਾਫ ਦਿੱਤਾ ਗਿਆ ਹੈ ਜਿਸ ਵਿੱਚ ਬੱਚਿਓ ਦੇਖੋ ਥੱਲੇ ਵਾਲੀ ਸਾਈਡ ਤੇ ਹਫ਼ਤੇ ਦੇ ਦਿਨਾਂ ਦੇ ਨਾਂ ਹਨ ਅਤੇ ਦੂਸਰੀ ਸਾਈਡ ਤੇ ਬੇਟਾ ਵੇਚੇ ਗਏ ਪੱਖਿਆਂ ਦੀ ਗਿਣਤੀ ਹੈ। ਅਸੀਂ ਇਸ ਸ਼ਟਗ੍ਰਾਫ ਨੂੰ ਦੇਖ ਕੇ ਬੱਚਿਓ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਬੇਟਾ ਦੇਖੋ ਪਹਿਲਾ ਪ੍ਰਸ਼ਨ ਹੈ, ਸੋਮਵਾਰ ਨੂੰ ਕਿੰਨੇ ਪੱਖੇ ਵੇਚੇ ਗਏ? ਇਸ ਲਈ ਬੇਟਾ ਦੇਖੋ ਸੋਮਵਾਰ ਨੂੰ ਆਇਤਕਾਰ ਛੜ ਦੀ ਲੰਬਾਈ ਕਿੱਥੋਂ ਤੱਕ ਹੈ? ਦੇਖੋ ਬੇਟਾ ਸੋਮਵਾਰ ਵੇਲੇ ਦਿਨ ਆਇਤਕਾਰ ਛੜ ਦੀ ਲੰਬਾਈ ਹੈ 90 ਤੱਕ ਤੇ ਇਸ ਦਾ ਭਾਵ ਹੈ ਸੋਮਵਾਰ ਨੂੰ 90 ਪੱਖੇ ਵੇਚੇ ਗਏ। ਦੂਸਰਾ ਪ੍ਰਸ਼ਨ ਹੈ, ਵੀਰਵਾਰ ਨੂੰ ਕਿੰਨੇ ਪੱਖੇ ਵੇਚੇ ਗਏ? ਇਸ ਲਈ ਬੱਚਿਓ ਦੇਖੋ ਵੀਰਵਾਰ ਵਾਲੇ ਦਿਨ ਆਇਤਕਾਰ ਛੜ ਦੀ ਲੰਬਾਈ ਕਿੱਥੋਂ ਤੱਕ ਹੈ? ਬੇਟਾ ਦੇਖੋ ਵੀਰਵਾਰ ਵਾਲੇ ਦਿਨ ਆਇਤਕਾਰ ਛੜ ਦੀ ਲੰਬਾਈ ਹੈ 50 ਤੱਕ ਤੇ ਇਸ ਦਾ ਭਾਵ ਹੈ ਵੀਰਵਾਰ 50 ਪੱਖੇ ਵੇਚੇ ਗਏ। ਤੀਸਰਾ ਸਵਾਲ ਹੈ, ਕਿਹੜੇ ਦਿਨ ਬਰਾਬਰ ਪੱਖੇ ਵੇਚੇ ਗਏ ਅਤੇ ਕਿੰਨੇ? ਇਹ ਪਤਾ ਕਰਨ ਲਈ ਬੇਟਾ ਦੇਖੋ ਕਿਹੜੇ 2 ਦਿਨ ਆਇਤਕਾਰ ਛੜਾਂ ਦੀ ਲੰਬਾਈ ਇੱਕੋ ਜਿਹੀ ਹੈ? ਦੇਖੋ ਬੇਟਾ ਵੀਰਵਾਰ ਅਤੇ ਸ਼ੁੱਕਰਵਾਰ, ਇਹਨਾਂ ਦੋਨਾਂ ਦਿਨਾਂ ਵਿੱਚ ਬੇਟਾ ਆਇਤਕਾਰ ਛੜਾਂ ਦੀ ਲੰਬਾਈ ਬਰਾਬਰ ਹੈ ਤੇ ਬੇਟਾ ਇਹ ਲੰਬਾਈ ਕਿੱਥੋਂ ਤੱਕ ਹੈ? ਹਾਂਜੀ 50 ਤੱਕ ਤੇ ਇਸ ਲਈ ਵੀਰਵਾਰ ਤੇ ਸ਼ੁੱਕਰਵਾਰ ਬਰਾਬਰ ਪੱਖੇ ਵੇਚੇ ਗਏ ਤੇ ਕਿੰਨੇ 50-50। ਅਗਲਾ ਪ੍ਰਸ਼ਨ ਹੈ, ਸਭ ਤੋਂ ਘੱਟ ਪੱਖੇ ਕਿਹੜੇ ਦਿਨ ਵੇਚੇ ਗਏ ਅਤੇ ਕਿੰਨੇ? ਬੇਟਾ ਇਹ ਪਤਾ ਕਰਨ ਲਈ ਅਸੀਂ ਦੇਖਦੇ ਹਾਂ ਕਿ ਸਭ ਤੋਂ ਘੱਟ ਲੰਬਾਈ ਆਇਤਕਾਰ ਛੜ ਦੀ ਕਿਸ ਦਿਨ ਹੈ? ਬੇਟਾ ਦੇਖੋ ਸ਼ਨੀਵਾਰ ਆਇਤਕਾਰ ਛੜ ਦੀ ਲੰਬਾਈ ਸਭ ਤੋਂ ਘੱਟ ਹੈ ਤੇ ਇਹ ਕਿੱਥੋਂ ਤੱਕ ਹੈ? ਦੇਖੋ ਬੇਟਾ ਇਹ ਲੰਬਾਈ 20 ਤੱਕ ਹੈ ਤੇ ਇਸ ਦਾ ਭਾਵ ਹੈ ਸ਼ਨੀਵਾਰ ਸਭ ਤੋਂ ਘੱਟ ਪੱਖੇ ਵੇਚੇ ਗਏ ਅਤੇ ਕਿੰਨੇ ਵੇਚੇ ਗਏ? ਹਾਂਜੀ 20 ਪੱਖੇ। ਘਰ ਦੇ ਕੰਮ ਵਿੱਚ ਬੇਟਾ ਤੁਸੀਂ ਅਭਿਆਸ ਸ਼ੀਟ 3 ਦੇ ਸਵਾਲ ਨੰਬਰ 24 ਤੋਂ 27 ਤੱਕ ਹੱਲ ਕਰਨੇ ਹਨ। ਧੰਨਵਾਦ ਬੱਚਿਓ।